ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰ ਇੰਟਰਨੈਸ਼ਨਲ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। तो चलते हैं अज ਦੀਆਂ ਆਪਣੀਆਂ ਨਿਊਜ਼ ਦੇ ਉੱਤੇ। ਗੱਲ ਕਰਦੇ ਹਾਂ ਕੱਲ੍ਹ ਸ਼ਾਮ ਦੀ। ਕੱਲ੍ਹ ਸ਼ਾਮ ਤਕਰੀਬਨ 6:20 ਤੇ ਕੀ ਹੋਇਆ ਕਿ ਮਿਲਾਨ ਦੇ ਵਿੱਚ ਤਕਰੀਬਨ 200 ਦੇ ਕਰੀਬ ਜਿਹੜੇ ਲੋਕ ਡੈਮੋਨਸਟ੍ਰੇਟਰ ਸਨ, ਜਿਹੜੇ ਕਿ ਜਿੱਦਾਂ ਕਿ ਪ੍ਰੋਟੈਸਟ ਵਗੈਰਾ ਕਰ ਰਹੇ ਸਨ। ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਇਹ ਜਿਹੜੇ ਲੋਕ ਸਨ ਇਹ ਨੋ ਵੈਕਸ ਵਾਲੇ ਬੰਦੇ ਸਨ, ਜਿਹੜੇ ਕਿ ਵੀਆ ਤਰੀਨੋ ਵਾਲੇ ਪਾਸੇ ਨੂੰ ਚੱਲ ਰਹੇ ਸਨ ਅਤੇ ਦੋਮੋ ਦੇ ਨਜ਼ਦੀਕ ਸਾਰਾ ਕੁਝ ਹੋਇਆ ਹੈ। ਇਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀਆਂ ਸ਼ੋਪਸ ਵਗੈਰਾ ਸਨ ਆਸੇ ਪਾਸੇ ਪਿਆਸਾ ਦੋਮੋ ਦੇ ਨੇੜੇ, ਉਹਨਾਂ ਦੁਕਾਨਾਂ ਵਾਲਿਆਂ ਨੇ ਜੋ ਦੇਖਿਆ ਕਿ ਲੋਕ ਜਿਹੜੇ ਹਨ ਪ੍ਰੋਟੈਸਟ ਵਗੈਰਾ ਕਰਨ ਦੇ ਵਾਸਤੇ ਇੱਧਰ ਨੂੰ ਆ ਰਹੇ ਹਨ, ਅਤੇ ਉਹਨਾਂ ਨੇ ਜਿਹੜੀਆਂ ਆਪਣੀਆਂ ਦੁਕਾਨਾਂ ਦੇ ਸ਼ਟਰ ਵਗੈਰਾ ਸਨ ਉਹ ਥੱਲੇ ਸਿੱਟਣੇ ਸ਼ੁਰੂ ਕਰ ਦਿੱਤੇ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜੇ ਲੋਕ ਉੱਥੇ ਐਂਟਰ ਹੋਏ ਹਨ, ਜਿਹੜੇ ਟੂਰਿਸਟ ਲੋਕ ਉਸ ਜਗ੍ਹਾ ਦੇ ਵਿੱਚ ਘੁੰਮ ਫਿਰ ਰਹੇ ਸਨ, ਉਹਨਾਂ ਦੇ ਨਾਲ ਹੀ ਹੌਲੀ ਹੌਲੀ ਇਹ ਜਿਹੜੇ ਲੋਕ ਪਹਿਲਾਂ ਇਕੱਠੇ ਹੋਏ ਹਨ ਅਤੇ ਬਾਅਦ ਵਿੱਚ ਇਹਨਾਂ ਨੇ ਇੱਕਦਮ ਜਿਹੜੀਆਂ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਤੋਂ ਬਾਅਦ ਇਹਨਾਂ ਨੇ ਹੱਥਾਂ ਦੇ ਵਿੱਚ ਆਪਣੀਆਂ ਤਖਤੀਆਂ ਲੈ ਕੇ ਜਿਹੜੇ ਪ੍ਰੋਟੈਸਟ ਵਗੈਰਾ ਸ਼ੁਰੂ ਕਰ ਦਿੱਤੇ। ਇਹ ਜੋ ਕੁਝ ਵੀ ਹੋਇਆ ਜੀ, ਇਹਦੇ ਬਾਰੇ ਪਹਿਲਾਂ ਕੋਈ ਵੀ ਜਿਹੜੀ ਸਰਕਾਰ ਨੂੰ ਇਤਲਾਹ ਨਹੀਂ ਦਿੱਤੀ ਗਈ ਸੀ। ਬਿਲਕੁਲ ਅਨਆਥੋਰਾਈਜ਼ਡ ਤਰੀਕੇ ਦੇ ਨਾਲ ਜਿਹੜੀ ਪਰੇਡ ਕੱਢੀ ਗਈ ਹੈ। ਇਹਦੇ ਵਿੱਚ 100 ਤੋਂ ਜ਼ਿਆਦਾ ਜਿਹੜੀ ਲੋਕਾਂ ਦੀ ਪਛਾਣ ਕੀਤੀ ਗਈ ਅਤੇ 9 ਜਿਹੜੀਆਂ ਕੰਪਲੇਂਟਸ ਵੀ ਦਾਇਰ ਹੋਈਆਂ ਹਨ। ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ ਦੇ ਉੱਤੇ। ਨੈਕਸਟ ਖਬਰ ਇਸ ਤਰ੍ਹਾਂ ਹੈ ਕਿ ਅੱਜ ਕੱਲ੍ਹ ਤੁਸੀਂ ਦੇਖਿਆ ਹੋਵੇਗਾ ਕਿ ਜੋ ਤੁਸੀਂ ਮੋਬਾਈਲ ਫੋਨ ਵਗੈਰਾ ਚਲਾਉਂਦੇ ਹੋ ਅਤੇ ਉਹਦੇ ਉੱਤੇ ਕੀ ਹੁੰਦਾ ਹੈ ਕਿ ਬਹੁਤੇ ਲੋਕਾਂ ਨੇ ਫਿੰਗਰ ਪ੍ਰਿੰਟ ਜਿਹੜੇ ਹੋਏ ਆਪਣੇ ਲਾਏ ਹੋਏ ਹੁੰਦੇ ਹਨ, ਅਤੇ ਸਾਰੇ ਪਾਸੇ ਲੋਕ ਇਹੀ ਸੋਚਦੇ ਹਨ ਕਿ ਫਿੰਗਰ ਪ੍ਰਿੰਟ ਜਿਹੜਾ ਹੈ ਜੀ ਸਭ ਤੋਂ ਜ਼ਿਆਦਾ ਸੇਫ ਹੈ ਅਤੇ ਇਸ ਨੂੰ ਕੋਈ ਵੀ ਜਿਹੜਾ ਹੈ ਜੀ ਚੋਰੀ ਨਹੀਂ ਕਰ ਸਕਦਾ। ਜਿੱਦਾਂ ਕਿ ਬੈਂਕ ਦੇ ਖਾਤਿਆਂ ਦੇ ਉੱਪਰ ਵੀ ਲੋਕਾਂ ਨੇ ਫਿੰਗਰ ਪ੍ਰਿੰਟ ਵਗੈਰਾ ਲਾਏ ਹੋਏ ਹਨ। ਲੋਕ ਸੋਚਦੇ ਹਨ ਕਿ ਜਿਹੜੇ ਪਾਸਵਰਡ ਵਗੈਰਾ ਹੁੰਦੇ ਹਨ, ਜਿਹੜੇ ਕਿ ਆਪਾਂ ਲਿਖਤੀ ਰੂਪ ਦੇ ਵਿੱਚ ਲਾਉਂਦੇ ਹਾਂ, ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਹੈਕ ਕਰ ਸਕਦਾ ਹੈ। ਪਰੰਤੂ ਇਹਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਇੱਕ ਕੰਪਨੀ ਹੈ ਜੀ, ਸਿਕਿਉਰਿਟੀ ਕੰਪਨੀ, ਜਿਸ ਦਾ ਨਾਮ ਹੈ ਕਰਾਕੇਨ ਸਿਕਿਉਰਿਟੀ ਲੈਬਸ, ਜਿਸ ਨੇ ਇਸ ਚੀਜ਼ ਨੂੰ ਪ੍ਰੂਵ ਕਰਕੇ ਦੱਸ ਦਿੱਤਾ ਹੈ ਕਿ ਸਿਰਫ ਇੱਕ ਫੋਟੋ ਅਤੇ ਕੁਝ ਯੂਰੋ ਦੀ ਮਦਦ ਦੇ ਨਾਲ ਜਿਹੜਾ ਹੈ ਜੀ, ਕੁਝ ਗਲੂ ਦੀ ਮਦਦ ਦੇ ਨਾਲ ਕਿਸੇ ਵੀ ਬੰਦੇ ਦੇ ਜਿਹੜੇ ਫਿੰਗਰ ਪ੍ਰਿੰਟ ਹਨ ਜੀ ਉਹ ਬਣਾਏ ਜਾ ਸਕਦੇ ਹਨ। ਇਸ ਕੰਪਨੀ ਦੇ ਮਤਲਬ ਇਹ ਹੈ ਕਿ ਇਸ ਕੰਪਨੀ ਨੇ ਜਿਹੜਾ ਇਹ ਫਿੰਗਰ ਪ੍ਰਿੰਟ ਬਿਲਕੁਲ ਬਣਾ ਕੇ ਦਿਖਾਇਆ ਦਿੱਤੇ ਅਤੇ ਲੋਕਾਂ ਨੂੰ ਪ੍ਰੂਵ ਕਰਕੇ ਦਿਖਾਇਆ ਦਿੱਤਾ ਕਿ ਕਿਸੇ ਵੀ ਬੰਦੇ ਦੇ ਜਿਹੜੇ ਫਿੰਗਰ ਪ੍ਰਿੰਟ ਹਨ ਜੀ ਬਣਾਏ ਜਾ ਸਕਦੇ ਹਨ, ਅਤੇ ਬਾਅਦ ਵਿੱਚ ਇਸ ਨੂੰ 3D ਦੇ ਵਿੱਚ ਪ੍ਰਿੰਟ ਕਰਕੇ ਕਿਸੇ ਵੀ ਬੰਦੇ ਦੀ ਜਿਹੜੀਆਂ ਡਿਵਾਈਸਿਸ ਵਗੈਰਾ ਹਨ ਉਹਨਾਂ ਦੇ ਵਿੱਚ ਐਂਟਰੀ ਕੀਤੀ ਜਾ ਸਕਦੀ ਹੈ। ਬਾਕੀ ਤੁਸੀਂ ਨਾਮ ਸੁਣਿਆ ਹੋਵੇਗਾ ਓਮਿਕਰੋਨ ਵੇਰੀਐਂਟ, ਜਿਹੜਾ ਕਿ ਨਵਾਂ ਵੇਰੀਐਂਟ ਆਇਆ ਹੈ ਅਤੇ ਅਫਰੀਕਾ ਦੇ ਨਾਲ ਰਿਲੇਟਡ ਹੈ। ਪਹਿਲਾਂ ਤੁਸੀਂ ਸੁਣਿਆ ਸੀ ਕਿ ਇਜ਼ਰਾਈਲ ਦੇ ਵਿੱਚ ਆ ਚੁੱਕਾ, ਫਿਰ ਤੁਸੀਂ ਸੁਣਿਆ ਕਿ ਇਹ ਜਿਹੜਾ ਆਪਣੇ ਬੈਲਜੀਅਮ ਦੇ ਵਿੱਚ ਇਸ ਦੀ ਐਂਟਰੀ ਹੋ ਚੁੱਕੀ ਹੈ, ਅਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਜਿਹੜਾ UK ਦੇ ਵਿੱਚ ਵੀ ਇਸ ਦੇ 2 ਕੇਸ ਆ ਚੁੱਕੇ ਹਨ। ਅਤੇ ਲੋਕਾਂ ਨੂੰ ਲੱਗਦਾ ਸੀ ਕਿ ਰੱਬ ਦਾ ਸ਼ੁਕਰ ਹੈ ਕਿ ਇਟਲੀ ਦੇ ਵਿੱਚ ਅਜੇ ਤੱਕ ਜਿਹੜਾ ਕੋਈ ਕੇਸ ਨਹੀਂ ਆਇਆ। ਪਰੰਤੂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਇਟਲੀ ਦੇ ਵਿੱਚ ਵੀ ਜਿਹੜੀ ਇਸ ਵਾਇਰਸ ਦੀ ਐਂਟਰੀ ਹੋ ਚੁੱਕੀ ਹੈ। ਮਿਲਾਨ ਦੇ ਵਿੱਚ ਜਿਹੜਾ ਵਾਇਰਸ ਹੈ ਜੀ, ਇਸ ਦੀ ਜਿਹੜੀ ਪੁਸ਼ਟੀ ਹੋ ਚੁੱਕੀ ਹੈ। ਜਿਹੜਾ ਪੇਸ਼ੈਂਟ ਹੈ ਜੀ ਇਹ ਕੰਪਾਨੀਆ ਦਾ ਰਹਿਣ ਵਾਲਾ ਹੈ। ਇਸ ਨੇ ਜਿਹੜੀ ਹਾਲ ਫਿਲਹਾਲ ਦੇ ਵਿੱਚ ਮੋਜ਼ੈਂਬੀਕ ਦੀ ਜਿਹੜੀ ਯਾਤਰਾ ਹੈ ਜੀ ਕੀਤੀ ਹੈ, ਅਤੇ ਜਿਹੜੀ ਫਿਲਹਾਲ ਇਸ ਦੀ ਸਿਹਤ ਬਿਲਕੁਲ ਠੀਕ ਹੈ। ਬਾਕੀ ਹੁਣ ਅਗਲੀ ਖਬਰ ਦੇ ਉੱਤੇ ਜਾਣ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਲਾਸਟ 24 ਘੰਟੇ ਦੇ ਵਿੱਚ ਇਟਲੀ ਦੇ ਵਿੱਚ ਜਿਹੜੇ ਕੇਸਿਸ ਵਗੈਰਾ ਕਿੰਨੇ ਆਏ ਹਨ। 12,877 ਕੇਸ ਆਇਆ ਹੈ ਅਤੇ 90 ਲੋਕਾਂ ਦੀ ਡੈਥ ਹੋਈ ਹੈ। ਮਰਨ ਵਾਲੇ ਦੀ ਗਿਣਤੀ ਜਿਹੜੀ ਹੈ ਜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਬਾਕੀ ਓਮਿਕਰੋਨ ਜਿਹੜਾ ਵੇਰੀਐਂਟ ਹੈ ਜੀ ਉਹ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਇਟਲੀ ਦੇ ਵਿੱਚ ਇਸ ਦੀ ਜਿਹੜੀ ਐਂਟਰੀ ਹੋ ਚੁੱਕੀ ਹੈ ਅਤੇ ਕੰਪਾਨੀਆ ਸਟੇਟ ਦੇ ਨਾਲ ਜਿਹੜਾ ਸੰਬੰਧਿਤ ਆਦਮੀ ਹੈ। ਬਾਕੀ ਇਹਦੇ ਨਾਲ ਇੱਕ ਵਧੀਆ ਜਿਹੜੀ ਅਨਾਊਂਸਮੈਂਟ ਹੈ ਜੀ ਉਹ ਵੀ ਹੋ ਚੁੱਕੀ ਹੈ, ਵਧੀਆ ਘੋਸ਼ਣਾ ਹੋ ਚੁੱਕੀ ਹੈ। ਗੁੱਡ ਨਿਊਜ਼ ਹੈ ਸਾਰਿਆਂ ਦੇ ਵਾਸਤੇ। ਇਹ ਜਿਹੜੀ ਘੋਸ਼ਣਾ ਕੀਤੀ ਹੈ ਜੀ ਕਿ ਜਿਹੜੀ ਫਾਰਮਾਸਿਊਟੀਕਲਸ ਕੰਪਨੀ ਹੈ ਜੀ, ਜਿਸ ਦਾ ਨਾਮ ਹੈ ਮੋਦੇਰਨਾ, ਇਸ ਨੇ ਘੋਸ਼ਣਾ ਕੀਤੀ ਹੈ। ਇਹਨਾਂ ਨੇ ਕਿਹਾ ਹੈ ਕਿ ਜਿਹੜਾ ਨਵਾਂ ਵਾਇਰਸ ਆ ਚੁੱਕਾ, ਨਵਾਂ ਵੇਰੀਐਂਟ ਜਿਹੜਾ ਆਇਆ ਹੈ, ਅਸੀਂ ਇਸ ਦੇ ਉੱਤੇ ਜਿਹੜਾ ਹੈ ਜੀ ਆਪਣਾ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਇਸ ਦੀ ਰਿਸਰਚ ਵਗੈਰਾ ਕਰ ਰਹੇ ਹਾਂ, ਅਤੇ ਬਹੁਤ ਜਲਦੀ ਜਿਹੜਾ ਹੈ ਜੀ ਅਸੀਂ ਇਸ ਦੇ ਅਗੇਂਸਟ ਜਿਹੜੇ ਇਸ ਨਵੇਂ ਵੇਰੀਐਂਟ ਦੇ ਅਗੇਂਸਟ ਆਪਣੀ ਜਿਹੜੀ ਹੈ ਜੀ ਕੋਈ ਨਾ ਕੋਈ ਜਿਹੜੀ ਦਵਾ ਜਾਂ ਜਿਹੜੀ ਨੈਕਸਟ ਖੁਰਾਕ ਹੈ ਜੀ ਅਸੀਂ ਉਸ ਨੂੰ ਡਿਵੈਲਪ ਕਰਾਂਗੇ। ਮਤਲਬ ਕਿ ਇੱਕ ਨਵਾਂ ਜਿਹੜਾ ਟੀਕਾ ਹੈ ਜੀ ਤਿਆਰ ਕੀਤਾ ਜਾ ਸਕਦਾ ਹੈ, ਬੂਸਟਰ ਡੋਜ਼ ਜਿਹੜੀ ਹੋਏਗੀ। ਬਾਕੀ ਇਸੇ ਤਰ੍ਹਾਂ ਜਿਹੜੀ ਫਾਈਜ਼ਰ ਦੇ ਵੱਲੋਂ ਵੀ ਘੋਸ਼ਣਾ ਜਿਹੜੀ ਕੀਤੀ ਗਈ, ਉਹਨਾਂ ਨੇ ਕਿਹਾ ਕਿ ਅਸੀਂ 100 ਦਿਨਾਂ ਦੇ ਵਿੱਚ 100 ਦਿਨਾਂ ਦੇ ਅੰਦਰ ਅੰਦਰ ਜਿਹੜਾ ਇਸ ਦੇ ਅਗੇਂਸਟ ਹੈ ਜੀ ਟੀਕਾ ਅਸੀਂ ਤਿਆਰ ਕਰ ਦੇਵਾਂਗੇ। ਬਾਕੀ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਿੱਦਾਂ ਕਿ ਫਿਲਹਾਲ ਜਿਹੜਾ ਨਵਾਂ ਵੇਰੀਐਂਟ ਆਇਆ ਹੈ, ਇਹਦੇ ਬਾਰੇ ਜਿਹੜਾ ਇੰਜੈਕਸ਼ਨ ਬਣਾਉਣ ਵਾਲੀਆਂ ਕੰਪਨੀਆਂ ਹੁੰਦੀਆਂ, ਇਹਨਾਂ ਨੂੰ ਵੀ ਕੁਝ ਸਮਾਂ ਚਾਹੀਦਾ ਤਾਂ ਕਿ ਉਹ ਇਸ ਦੇ ਬਾਰੇ ਐਨਾਲਾਈਜ਼ ਕਰ ਸਕਣ, ਅਤੇ ਅਗਰ ਐਨਾਲਾਈਜ਼ ਸਹੀ ਤਰੀਕੇ ਨਾਲ ਹੋ ਜਾਂਦਾ ਤਾਂ ਜਿਹੜੀ ਵੈਕਸੀਨ ਬਣਦੀ ਹੈ ਉਹ ਵੀ ਸਹੀ ਤਰੀਕੇ ਦੇ ਨਾਲ ਵਧੀਆ ਵੈਕਸੀਨ ਬਣਦੀ ਹੈ। ਬਾਕੀ ਤੁਸੀਂ ਨਾਮ ਸੁਣਿਆ ਹੋਵੇਗਾ ਮਰਕ ਦੀ ਇੱਕ ਐਂਟੀ ਕੋਵਿਡ ਜਿਹੜੀ ਦਵਾਈ ਆਈ ਸੀ, ਗੋਲੀ ਖਾਣ ਵਾਲੀ। ਇਸ ਦੇ ਬਾਰੇ ਪਹਿਲਾਂ ਦੱਸਿਆ ਗਿਆ ਸੀ ਕਿ ਇਹ ਜਿਹੜੀ 50% ਇਫੈਕਟਿਵ ਹੈ ਅਗੇਂਸਟ ਕੋਰੋਨਾ ਵਾਇਰਸ,
परंतु हुण जिहड़ी रीयल दे विच हकीकत दे विच जिहड़ी जानकारी सामने आई है ਉਹਦੇ ਵਿੱਚ सिर्फ 30% ਜਿਹੜੀ ਇਸ ਦੀ ਇਫੈਕਟਿਵਨੈਸ ਪਾਈ ਗਈ ਹੈ। ਹਾਂਜੀ, ਨੈਕਸਟ ਖਬਰ ਜਿਹੜੀ ਆਪਣੀ ਹੈ ਜੀ, ਇਹ ਵੀ ਬਹੁਤ ਮਹੱਤਵਪੂਰਨ ਖਬਰ ਹੈ ਅਤੇ ਇਹਦੇ ਵਿੱਚ ਜਿਹੜੇ UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਹਨ, ਇਹਨਾਂ ਨੇ ਕੁਝ ਦੱਸਿਆ ਹੈ। ਇਸ ਤਰ੍ਹਾਂ ਦੱਸਿਆ ਹੈ ਕਿ ਇਹਨਾਂ ਨੇ ਕਿਹਾ ਹੈ ਕਿ ਅਸੀਂ ਇੱਕ ਚੇਤਾਵਨੀ ਦੇ ਤੌਰ ਦੇ ਉੱਤੇ ਜਿਹੜੇ ਆਉਣ ਵਾਲੇ 3 ਵੀਕ ਹਨ, ਇਹਨਾਂ ਦੇ ਵਾਸਤੇ ਜੋ ਵੀ ਬੰਦਾ UK ਦੇ ਵਿੱਚ ਐਂਟਰ ਹੋਏਗਾ ਉਸ ਦੇ ਵਾਸਤੇ ਜਿਹੜੇ ਕੁਝ ਨਿਯਮ ਹਨ ਜੀ ਉਹ ਬਦਲ ਜਾਣਗੇ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੋਏਗਾ ਕਿ ਹਰ ਬੰਦੇ ਨੂੰ ਜਿਹੜਾ ਮਾਸਕ ਪਹਿਨਣਾ ਪਵੇਗਾ ਅਗਰ ਉਹ ਕਿਸੇ ਸ਼ੌਪ ਦੇ ਵਿੱਚ ਐਂਟਰੀ ਕਰਦਾ ਹੈ ਜਾਂ ਪਬਲਿਕ ਟਰਾਂਸਪੋਰਟ ਦੇ ਵਿੱਚ ਜਾਂਦਾ ਹੈ। ਬਾਕੀ ਇਸ ਤੋਂ ਇਲਾਵਾ ਜੋ ਵੀ ਬੰਦਾ UK ਦੇ ਵਿੱਚ ਐਂਟਰੀ ਕਰੇਗਾ ਉਸ ਦੇ ਵਾਸਤੇ ਜਿਹੜੀਆਂ ਨਵੀਆਂ ਰੈਸਟ੍ਰਿਕਸ਼ਨ ਉਹਨਾਂ ਨੂੰ ਵੀ ਫੋਲੋ ਕਰਨਾ ਪਵੇਗਾ। ਉਸ ਬੰਦੇ ਨੂੰ ਐਂਟਰੀ ਦੇ ਵਿੱਚ ਉਸ ਨੂੰ ਕੀ ਕਰਨਾ ਪਏਗਾ ਕਿ ਸਭ ਤੋਂ ਪਹਿਲਾਂ ਮੋਲੀਕੂਲਰ ਸਵੈਬ ਜਿਹੜਾ ਹੈ ਜੀ ਉਹ ਕਰਾਉਣਾ ਪਏਗਾ, ਟੈਸਟ ਕਰਾਉਣਾ ਪਏਗਾ, ਮਤਲਬ 1 ਦਿਨ ਦੀ ਐਂਟਰੀ ਦੇ ਵਿੱਚ ਵਿਦਿਨ 1 ਡੇ। ਅਤੇ ਉਸ ਤੋਂ ਬਾਅਦ ਜਦੋਂ ਤੱਕ ਉਸ ਦਾ ਜਿਹੜਾ ਟੈਸਟ ਹੈ ਜੀ ਉਸਦੀ ਰਿਪੋਰਟ ਨਹੀਂ ਆ ਜਾਂਦੀ ਤਦ ਤੱਕ ਜਿਹੜਾ ਉਸ ਨੂੰ ਆਪਣੇ ਆਪ ਨੂੰ ਕੁਆਰੰਟਾਈਨ ਕਰਨਾ ਪਵੇਗਾ। ਇਸ ਤਰ੍ਹਾਂ ਜਿਹੜੇ ਪੁਰਾਣੇ ਕੁਝ ਨਿਯਮ ਸਨ ਉਹ ਬਦਲ ਗਏ ਹਨ। ਇਹ ਜਿਹੜੇ ਨਿਯਮ ਬਦਲੇ ਹਨ ਇਸੇ ਕਰਕੇ ਬਦਲੇ ਹਨ ਤਾਂ ਕਿ UK ਦੇ ਵਿੱਚ ਜਿਹੜੇ ਕੇਸਿਸ ਹਨ ਨਵੇਂ ਵੇਰੀਐਂਟ ਦੇ ਨਾਲ ਸੰਬੰਧਿਤ ਉਹ ਜ਼ਿਆਦਾ ਨਾ ਫੈਲ ਸਕਣ, ਕਿਉਂਕਿ ਸਰਕਾਰ ਵੀ ਇਸ ਦੇ ਬਾਰੇ ਥੋੜ੍ਹੀ ਚਿੰਤਤ ਹੈ। ਚਿੰਤਾ ਵਾਲੀ ਗੱਲ ਇਸ ਦੇ ਵਿੱਚ ਇਹ ਹੈ ਕਿ ਜਿਨ੍ਹਾਂ ਲੋਕਾਂ ਦੀ ਡਬਲ ਡੋਜ਼ ਲੱਗ ਚੁੱਕੀ ਹੈ ਉਹਨਾਂ ਦੇ ਵਾਸਤੇ ਵੀ ਜਿਹੜਾ ਖਤਰਾ ਬਰਕਰਾਰ ਹੈ। ਬਾਕੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇ ਕਿਸੇ ਬੰਦੇ ਦੇ ਡਬਲ ਡੋਜ਼ ਵੈਕਸੀਨ ਦੀਆਂ ਲੱਗੀਆਂ ਹੋਈਆਂ ਹਨ ਅਤੇ ਜਿਹੜਾ ਨਵਾਂ ਵਾਇਰਸ ਆਇਆ ਹੈ ਉਹਨਾਂ ਦੇ ਵਾਸਤੇ ਵੀ ਜਿਹੜਾ ਖਤਰਾ ਪੈਦਾ ਕਰ ਸਕਦਾ ਹੈ। ਬਾਕੀ ਨੈਕਸਟ ਖਬਰ ਜਿਹੜੀ ਹੋਰ ਬਹੁਤ ਬੁਰੀ ਖਬਰ ਹੈ, KLM ਦੀਆਂ ਫਲਾਈਟਸ ਜਿਹੜੀਆਂ ਕਿ 2 ਫਲਾਈਟਾਂ ਜਿਹੜੀਆਂ ਸਾਊਥ ਅਫਰੀਕਾ ਦੇ ਵਿੱਚੋਂ ਆਈਆਂ ਹਨ। ਇਹ ਨੀਦਰਲੈਂਡ ਦੇ ਵਿੱਚ ਜਿਹੜੀ ਗੱਲਬਾਤ ਤੁਹਾਨੂੰ ਦੱਸ ਰਿਹਾ, ਨੀਦਰਲੈਂਡ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਕੀ ਹੋਇਆ ਹੈ ਕਿ ਇਸ ਫਲਾਈਟ ਦੇ ਵਿੱਚ ਤਕਰੀਬਨ ਬਹੁਤ ਸਾਰੇ ਲੋਕ ਜਿਹੜੇ ਹਨ ਇਹ ਪੋਜ਼ੀਟਿਵ ਪਾਏ ਗਏ ਹਨ। ਦੱਸਿਆ ਗਿਆ ਹੈ ਕਿ 61 ਤੋਂ ਜ਼ਿਆਦਾ ਲੋਕ ਜਿਹੜੇ ਹਨ ਪੋਜ਼ੀਟਿਵ ਪਾਏ ਗਏ ਹਨ ਅਤੇ ਓਮਿਕਰੋਨ ਵੇਰੀਐਂਟ ਜਿਹੜਾ ਹੈ ਜੀ ਇਸ ਦੇ ਨਾਲ ਸੰਬੰਧਿਤ ਹਨ। ਮਤਲਬ ਕੀ ਹੈ ਕਿ ਵਾਇਰਸ ਜਿਹੜਾ ਹੈ ਜੀ ਇਸਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਲੋਕਾਂ ਦੇ ਵਿੱਚ ਦੁਬਾਰਾ ਜਿਹੜਾ ਹੈ ਜੀ ਡਰ ਦਾ ਮਾਹੌਲ ਬਣਨਾ ਸ਼ੁਰੂ ਹੋ ਚੁੱਕਾ ਹੈ। ਬਾਕੀ ਇਸ ਤੋਂ ਇਲਾਵਾ 624 ਜਿਹੜੇ ਪੈਸੇਂਜਰ ਹਨ ਇਹਨਾਂ ਨੂੰ ਇਸ ਟਾਈਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਬਾਕੀ ਇਸ ਤੋਂ ਇਲਾਵਾ ਜਿਹੜੇ ਇਹੋ ਜਿਹੇ ਲੋਕ ਹਨ ਜਿਨ੍ਹਾਂ ਨੇ ਇਟਲੀ ਤੋਂ ਇਲਾਵਾ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਹੋਰਨਾਂ ਦੇਸ਼ਾਂ ਦੇ ਵਿੱਚ ਸਪੁਤਨਿਕ, ਸਿਨੋਵੈਕ ਜਾਂ ਐਸਟਰਾਜੈਨੇਕਾ ਜਿਹੜੀ ਵੈਕਸੀਨ ਲਵਾਈ ਹੈ ਜੀ ਉਹਨਾਂ ਨੂੰ ਵੀ ਜਿਹੜੇ ਗ੍ਰੀਨ ਪਾਸ ਦਿੱਤੇ ਜਾਣਗੇ। ਅਤੇ ਇਸ ਤੋਂ ਇਲਾਵਾ ਜਿਹੜੇ ਰੂਲ ਹਨ ਕੁਝ ਹੋਰ ਵੀ ਜਿਹੜੇ ਰੂਲ ਹਨ ਉਹ ਚੇਂਜ ਕੀਤੇ ਗਏ ਹਨ। ਇਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਰੂਲ ਇਸ ਤਰ੍ਹਾਂ ਹੈ ਕਿ ਜੇ ਕੋਈ ਵੀ ਬੰਦਾ ਹੈ ਜੀ ਜਿਹੜਾ ਉਸਦਾ ਗ੍ਰੀਨ ਪਾਸ ਖੋਇਆ ਜਾ ਸਕਦਾ ਹੈ, ਕਿਸ ਕੇਸ ਦੇ ਵਿੱਚ ਖੋਇਆ ਜਾ ਸਕਦਾ ਹੈ, ਅਗਰ ਕਿਸੇ ਬੰਦੇ ਨੇ ਮੰਨ ਲਓ ਕਿ ਉਸਦੇ ਕੋਲ ਗ੍ਰੀਨ ਪਾਸ ਹੈ, ਉਸਨੇ ਜਿਹੜੇ 2 ਇੰਜੈਕਸ਼ਨ ਵਗੈਰਾ ਲਗਵਾਏ ਹੋਏ ਹਨ, ਡਬਲ ਡੋਜ਼ ਲੱਗੀ ਹੋਈ ਹੈ ਅਤੇ ਉਸਦੇ ਕੋਲ ਗ੍ਰੀਨ ਪਾਸ ਵੀ ਹੈ, ਕਿਸੇ ਵਜ੍ਹਾ ਦੇ ਨਾਲ ਉਹ ਬੰਦਾ ਦੁਬਾਰਾ ਜਿਹੜਾ ਪੋਜ਼ੀਟਿਵ ਹੋ ਜਾਂਦਾ ਹੈ ਅਤੇ ਜਦੋਂ ਸਰਕਾਰ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਕਿ ਉਹ ਬੰਦਾ ਪੋਜ਼ੀਟਿਵ ਹੋ ਚੁੱਕਾ ਹੈ, ਇਹ ਚੀਜ਼ ਸਿੱਧ ਹੋ ਜਾਂਦੀ ਤਾਂ ਉਸ ਤੋਂ ਬਾਅਦ ਜਿਹੜਾ ਉਸਦਾ ਗ੍ਰੀਨ ਪਾਸ ਹੁੰਦਾ ਹੈ ਵੈਲਿਡ ਜਿਹੜਾ ਕਿ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਮਤਲਬ ਕਿ ਜਿਹੜਾ ਗ੍ਰੀਨ ਪਾਸ ਹੈ ਜੀ ਉਹ 0 ਹੋ ਜਾਂਦਾ ਹੈ। ਇਹ ਸਾਰਾ ਕੁਝ ਜਿਹੜਾ ਹੈ ਜੀ ਆਟੋਮੈਟਿਕਲੀ ਤਰੀਕੇ ਦੇ ਨਾਲ ਹੁੰਦਾ ਹੈ। ਇਹਦੇ ਵਿੱਚ ਸਿੱਧੀ ਗੱਲ ਇਹ ਬਣਦੀ ਹੈ ਕਿ ਗ੍ਰੀਨ ਪਾਸ ਜਿਹੜਾ ਹੈ ਜੀ ਉਹ ਵੀ ਹੋ ਸਕਦਾ ਹੈ ਕੈਂਸਲ, ਜੇ ਕੋਈ ਵੀ ਬੰਦਾ ਹੈ ਜੀ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਅਗਰ ਉਹ ਪੋਜ਼ੀਟਿਵ ਹੋ ਜਾਂਦਾ ਹੈ। ਹਾਂਜੀ, ਹੁਣ ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ ਉੱਤੇ। ਨੈਕਸਟ ਖਬਰ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਮੰਨ ਲਓ ਤੁਸੀਂ ਵੀ ਜਿਹੜਾ ਹੈ ਜੀ 20% ਦਾ ਫਾਇਦਾ ਲੈ ਸਕਦੇ ਹੋ ਜੇ ਤੁਸੀਂ ਇਸ ਮਾਰਕੀਟ ਦੇ ਵਿੱਚ ਜਾ ਕੇ ਸਮਾਨ ਵਗੈਰਾ ਖਰੀਦਦੇ ਹੋ। ਜੇ ਤੁਹਾਨੂੰ ਫੈਮਿਲੀਆ ਮਾਰਕੀਟ ਜਿਹੜੀ ਹੈ ਜੀ ਜਾਂ ਗਲਾਸੀਆ ਮਾਰਕੀਟ ਹੈ ਇਸ ਦੇ ਨਾਲ ਸੰਬੰਧਿਤ ਜਿਹੜੀ ਮਾਰਕੀਟ ਫਿਲਹਾਲ ਇਸ ਦੇ ਵਿੱਚ ਜਿਹੜੀ ਸਕੀਮ ਚੱਲ ਰਹੀ ਹੈ ਅਤੇ ਇਹ ਸਕੀਮ ਜਿਹੜੀ ਹੈ ਅੱਜ ਤੱਕ ਚੱਲੇਗੀ। ਅੱਜ ਜਿਹੜਾ ਹੈ ਜੀ ਇਸ ਸਕੀਮ ਦਾ ਲਾਸਟ ਦਿਨ ਹੈ। ਜੇ ਤੁਹਾਡੇ ਨਜ਼ਦੀਕ ਇਹ ਮਾਰਕੀਟ ਪੈਂਦੀ ਹੈ ਤੁਸੀਂ ਇਸ ਦੇ ਵਿੱਚ ਜਿੰਨੀ ਵੀ ਸ਼ੋਪਿੰਗ ਵਗੈਰਾ ਕਰਦੇ ਹੋ ਉਸ ਸ਼ੋਪਿੰਗ ਦੇ ਉੱਤੇ ਜਿਹੜਾ ਅੱਜ ਦੇ ਦਿਨ ਤੱਕ ਤੁਹਾਨੂੰ 20% ਦਾ ਜਿਹੜਾ ਹੈ ਜੀ ਬੋਨਸ ਪੀਜ਼ਾ ਮਿਲਦਾ ਹੈ। ਇਹਦੇ ਵਿੱਚ ਘੱਟੋ ਘੱਟ ਜਿਹੜਾ ਹੈ ਜੀ ਤੁਸੀਂ 30 ਯੂਰੋ ਦਾ ਜਿਹੜਾ ਸਮਾਨ ਖਰੀਦਣਾ ਹੈ ਅਤੇ ਇਸ ਤੋਂ ਬਾਅਦ ਸਪੋਜ਼ ਕਰੋ ਕਿ ਤੁਸੀਂ ਜੇ 100 ਯੂਰੋ ਦਾ ਸਮਾਨ ਖਰੀਦਦੇ ਹੋ ਤਾਂ ਇਹਦੇ ਪਿੱਛੇ ਤੁਹਾਨੂੰ ਇੱਕ 20 ਯੂਰੋ ਦਾ ਕੂਪਨ ਦਿੱਤਾ ਜਾਵੇਗਾ। ਅਗਰ ਤੁਸੀਂ 50 ਯੂਰੋ ਦਾ ਸਮਾਨ ਖਰੀਦਦੇ ਹੋ ਤਾਂ ਉਹਦੇ ਪਿੱਛੇ ਤੁਹਾਨੂੰ 10 ਯੂਰੋ ਦਾ ਕੂਪਨ ਦਿੱਤਾ ਜਾਵੇਗਾ ਜਿਹੜਾ ਕਿ ਪਰਸੋਂ ਤੋਂ ਤੁਸੀਂ ਉਸ ਨੂੰ ਜਿਹੜਾ ਹੈ ਯੂਜ਼ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਸਿੱਧੀ 20% ਦੀ ਜਿਹੜੀ ਬੱਚਤ ਕਰ ਸਕਦੇ ਹੋ। ਸਪੋਜ਼ ਕਰੋ ਕਿ ਜੇ ਤੁਸੀਂ 500 ਯੂਰੋ ਤੱਕ ਦਾ ਕੋਈ ਵੀ ਸਮਾਨ ਖਰੀਦਦੇ ਹੋ ਤਾਂ ਇਹਦੇ ਪਿੱਛੇ ਸਿੱਧਾ 100 ਯੂਰੋ ਦੀ ਜਿਹੜੀ ਤੁਹਾਡੀ ਬੱਚਤ ਹੋਵੇਗੀ। ਬਾਕੀ ਇਸ ਤੋਂ ਇਲਾਵਾ ਬਹੁਤ ਸਾਰੇ ਵੀਰ ਪੁੱਛਦੇ ਹਨ ਕਿ ਜਿਹੜੀਆਂ ਕ੍ਰਿਪਟੋ ਕਰੰਸੀਜ਼ ਵਗੈਰਾ ਹੁੰਦੀਆਂ ਹਨ ਜਾਂ ਜਿਹੜਾ ਸ਼ੇਅਰ ਮਾਰਕੀਟ ਹੈ ਜੀ ਇਸ ਦੇ ਵਿੱਚ ਕੀ ਹਿਸਾਬ ਕਿਤਾਬ ਹੈ, ਕੀ ਇਸ ਦੇ ਵਿੱਚ ਪੈਸਾ ਲਾਉਣਾ ਠੀਕ ਹੈ। ਅਤੇ ਇਹਦੇ ਵਿੱਚ ਤੁਹਾਨੂੰ ਅਸੀਂ ਇਸ ਚੀਜ਼ ਦੇ ਬਾਰੇ ਜਾਣਕਾਰੀ ਦੱਸ ਦਈਏ ਕਿ ਇਹ ਜਿਹੜਾ ਜੂਆ ਹੁੰਦਾ ਹੈ ਜੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਇਸ ਨੂੰ, ਖਾਸ ਕਰ ਜਿਹੜਾ ਕ੍ਰਿਪਟੋ ਕਰੰਸੀ ਹੈ ਇਹਦੇ ਵਿੱਚ ਹਾਈ ਰਿਸਕ ਦੇ ਵਿੱਚ ਇਸ ਨੂੰ ਮੰਨਿਆ ਜਾਂਦਾ ਹੈ। ਅਤੇ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਕੁਝ ਵੀ ਹੋ ਸਕਦਾ ਹੈ, ਫਾਇਦਾ ਵੀ ਹੋ ਸਕਦਾ ਹੈ ਅਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਸਕਦਾ ਹੈ। ਜਿਹੜਾ ਸ਼ੇਅਰ ਬਾਜ਼ਾਰ ਹੁੰਦਾ ਹੈ ਜੀ ਉਸ ਦੇ ਵਿੱਚ ਵੀ ਰਿਸਕ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ।
ਬਾਕੀ ਤੁਸੀਂ ਦੇਖਿਆ ਹੈ ਕਿ ਇਹਦੇ ਵਿੱਚ ਜਿਹੜਾ ਹੁਣ ਇੱਕਦਮ ਜਿਹੜਾ ਸ਼ੇਅਰ ਬਾਜ਼ਾਰ ਵੀ ਡਿੱਗਿਆ ਹੈ ਅਤੇ ਕ੍ਰਿਪਟੋ ਕਰੰਸੀ ਦੇ ਵਿੱਚ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਲੋਸ ਹੋਇਆ ਹੈ। ਸੋ ਅਗਰ ਤੁਸੀਂ ਇਸ ਦੇ ਵਿੱਚ ਪੈਸਾ ਵਗੈਰਾ ਲਾਉਣਾ ਚਾਹੁੰਦੇ ਹੋ ਤਾਂ ਜਿਹੜੇ ਐਕਸਪਰਟ ਹੁੰਦੇ ਹਨ ਤੁਸੀਂ ਪਹਿਲਾਂ ਉਹਨਾਂ ਦੀ ਰਾਏ ਲੈ ਲਓ, ਜਾਂ ਤੁਸੀਂ ਇਸ ਦੇ ਵਾਸਤੇ ਜਿਹੜਾ ਹੈ ਜੀ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਤਜਰਬਾ ਹਾਸਲ ਕਰੋ। ਬਾਕੀ ਜੇ ਸਾਡੇ ਕੋਲੋਂ ਤੁਸੀਂ ਕੋਈ ਗੱਲਬਾਤ ਪੁੱਛਣੀ ਹੋਵੇ ਤਾਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦੇ ਸਕਦੇ ਹਾਂ। ਬਾਕੀ ਇਸ ਤੋਂ ਇਲਾਵਾ ਉਹ ਲੋਕ ਜਿਨ੍ਹਾਂ ਦੇ ਮਾਤਾ ਪਿਤਾ ਜੈਨੀਟੋਰੀ ਜਿਹੜੇ ਹਨ ਇਟਲੀ ਦੇ ਵਿੱਚ ਜਿਨ੍ਹਾਂ ਨੇ ਸੱਦੇ ਹੋਏ ਹਨ ਅਤੇ ਜਿਹੜੀ ਉਹਨਾਂ ਦੀ ਉਮਰ ਹੈ ਜੀ 65 ਸਾਲ ਤੋਂ ਅਗਰ ਜ਼ਿਆਦਾ ਹੈ, ਤਾਂ ਉਹ ਲੋਕ ਜਿਹੜੇ ਹਨ ਅਗਰ ਉਹਨਾਂ ਦੇ ਕੋਲ ਸਿਟੀਜ਼ਨਸ਼ਿਪ ਅਜੇ ਤੱਕ ਉਹਨਾਂ ਨੇ ਨਹੀਂ ਲਈ ਹੋਈ, ਤਾਂ ਉਹ ਲੋਕ ਜਿਹੜੇ ਹਨ ਜੀ ਘੱਟ ਤੋਂ ਘੱਟ ਤਕਰੀਬਨ 1500-1600 ਤੋਂ ਲੈ ਕੇ 2000 ਯੂਰੋ ਤੱਕ ਦਾ ਜਿਹੜੀ ਰਕਮ ਹੈ ਜੀ ਉਹਨਾਂ ਨੂੰ ਆਪਣੀ ਜੇਬ ਦੇ ਵਿੱਚ ਰੱਖਣਾ ਚਾਹੀਦਾ ਹੈ। ਕਿਉਂਕਿ ਜਿਵੇਂ ਹੀ 31 ਦਸੰਬਰ ਆਏਗੀ ਤਾਂ ਜਿਹੜਾ ਉਹਨਾਂ ਦਾ ਤੀਸਰਾ ਸੈਨੇਟਾਰੀਆ ਹੋਵੇਗਾ ਉਹਨਾਂ ਜੈਨੀਟੋਰੀ ਦਾ, ਉਹ ਆਪਣੇ ਆਪ ਹੀ ਜਿਹੜਾ ਹੈ ਜੀ ਖਤਮ ਹੋ ਜਾਵੇਗਾ। ਅਤੇ ਇਸ ਤੋਂ ਅੱਗੇ ਕੀ ਹੋਏਗਾ ਕਿ 1 ਜਨਵਰੀ 2022 ਤੋਂ ਅਗਰ ਤੁਸੀਂ ਆਪਣੇ ਜੈਨੀਟੋਰੀ ਦੇ ਵਾਸਤੇ ਜਿਹੜਾ ਮੈਡੀਕਲ ਸਹੂਲਤ ਲੈਣੀ ਹੈ ਇਟਲੀ ਦੇ ਵਿੱਚ, ਜਿੱਦਾਂ ਕਿ ਡਾਕਟਰ ਦੇ ਕੋਲ ਲਿਜਾਣਾ ਜਾਂ ਟੈਸਟ ਵਗੈਰਾ ਕਰਾਉਣੇ, ਮਤਲਬ ਜਿੱਦਾਂ ਕਿ ਤੁਹਾਡੇ ਕੋਲ ਤੀਸਰਾ ਸੈਨੇਟਾਰੀਆ ਦੀ ਸਹੂਲਤ ਹੁੰਦੀ ਹੈ, ਅਗਰ ਤੁਸੀਂ ਆਪਣੇ ਜੈਨੀਟੋਰੀ ਦੇ ਵਾਸਤੇ ਵੀ ਇਸ ਤਰ੍ਹਾਂ ਦੀ ਸਹੂਲਤ ਚਾਹੁੰਦੇ ਹੋ ਅਤੇ ਇਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਜਿੰਨੀ ਤੁਹਾਡੀ ਸੈਲਰੀ ਹੁੰਦੀ ਹੈ ਉਸ ਦਾ 7% ਤੁਸੀਂ ਦੇਖ ਸਕਦੇ 7% 7% ਇਹ ਰਕਮ ਜਿਹੜੀ ਹੈ ਤੁਸੀਂ ਇੱਕ ਪਾਸੇ ਰੱਖਣੀ ਹੈ, ਤਾਂ ਕਿ ਤੁਸੀਂ ਆਜ਼ਰ ਵਾਲਿਆਂ ਦੇ ਜਾ ਕੇ ਇਹ ਰਕਮ ਜਿਹੜੀ ਹੈ ਜੀ ਪੋਸਟ ਦੇ ਥਰੂ ਜਮ੍ਹਾਂ ਕਰਾ ਸਕੋ ਅਤੇ 1 ਸਾਲ ਦਾ ਜਿਹੜਾ ਸਰਟੀਫਿਕੇਟ ਹੈ ਜੋ ਲੈ ਸਕਦੇ ਹੋ। ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜੇ ਸਰਟੀਫਿਕੇਟ ਜਿਹੜਾ ਹੈ ਜੇ ਤੁਸੀਂ ਜਨਵਰੀ ਵਿੱਚ ਲੈਂਦੇ ਹੋ ਅਤੇ ਉਹ ਸਰਟੀਫਿਕੇਟ ਵੀ 31 ਦਸੰਬਰ 2022 ਨੂੰ ਆਟੋਮੈਟਿਕਲੀ ਤਰੀਕੇ ਨਾਲ ਖਤਮ ਹੋ ਜਾਵੇਗਾ। ਅਗਰ ਤੁਸੀਂ ਸੋਚਦੇ ਹੋ ਕਿ ਜਿਹੜਾ ਸਰਟੀਫਿਕੇਟ ਅਸੀਂ ਜਾ ਕੇ ਜੂਨ ਦੇ ਮਹੀਨੇ ਦੇ ਵਿੱਚ ਲਵਾਂਗੇ, ਜੂਨ 2022 ਦੇ ਵਿੱਚ, ਤਦ ਵੀ ਜਿਹੜਾ ਸਰਟੀਫਿਕੇਟ ਹੈ ਜੀ 31 ਦਸੰਬਰ 2022 ਨੂੰ ਖਤਮ ਹੋ ਜਾਵੇਗਾ ਅਤੇ ਜਿਹੜੇ ਪੈਸੇ ਹਨ ਉਹ ਵੀ ਉਨੇ ਹੀ ਲੱਗਣਗੇ। ਸੋ ਇਸ ਕਰਕੇ ਜੇ ਤੁਸੀਂ ਆਪਣੇ ਜੈਨੀਟੋਰੀ ਦੇ ਵਾਸਤੇ ਸਰਟੀਫਿਕੇਟ ਬਣਾਉਣਾ ਹੈ ਤੀਸਰਾ ਸੈਨੇਟਾਰੀਆ ਤਾਂ ਜਨਵਰੀ ਵਿੱਚ ਹੀ ਬਣਾਉਣ ਦਾ ਫਾਇਦਾ ਹੈ। ਲੇਟ ਹੋਵੋਗੇ ਤਾਂ ਕੋਈ ਵੀ ਜਿਹੜਾ ਫਾਇਦਾ ਨਹੀਂ ਮਿਲੇਗਾ, ਪੈਸੇ ਉਨੇ ਹੀ ਦੇਣੇ ਪੈਣਗੇ। ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਜਿਹੜਾ ਨੋਰਮਲ ਬੰਦਾ ਹੈ ਜਿਸ ਦਾ ਖੁਦ ਜੇ ਕੋਈ ਬੰਦਾ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਹੈ ਤਾਂ ਉਸਦਾ ਜਿਹੜਾ ਖੁਦ ਹੈ ਜੀ ਤਕਰੀਬਨ 25,000 ਦੇ ਆਸ-ਪਾਸ ਹੈ, ਤਾਂ ਉਸਦਾ ਜਿਹੜਾ ਖਰਚਾ ਹੈ ਜੀ ਡਾਕਟਰੀ ਕਾਰਡ ਬਣਾਉਣ ਦਾ ਤਕਰੀਬਨ 1700 ਯੂਰੋ ਤੋਂ ਲੈ ਕੇ 1800 ਯੂਰੋ ਤੱਕ ਦਾ ਪੈ ਜਾਂਦਾ ਹੈ। ਇਹਦੇ ਵਿੱਚ ਅਗਰ ਤੁਸੀਂ ਸਰਟੀਫਿਕੇਟ ਆਪਣੀ ਮਾਤਾ ਦਾ ਜਾਂ ਪਿਤਾ ਦਾ ਕਿਸੇ ਇੱਕ ਦਾ ਵੀ ਬਣਾਓ ਤਾਂ ਖਰਚਾ ਉਨਾ ਹੀ ਪਵੇਗਾ, ਦੋਨੋਂ ਜੈਨੀਟੋਰੀ ਦਾ ਖਰਚਾ ਵੀ ਉਨਾ ਹੀ ਪੈਂਦਾ ਹੈ। ਜਾਂ ਫਿਰ ਤੁਸੀਂ ਜਿਹੜੀ ਅਲਤਰਾ ਸੈਸਾਂਤਾ ਚਿੰਕਵਿਆਨੀ ਜਿਹੜੀ ਹੁੰਦੀ ਹੈ ਜੀ ਸਿਕਰਾਸਿਓਨੀ ਉਹ ਕਰਵਾ ਸਕਦੇ ਹੋ, ਉਹਦੇ ਵਿੱਚ ਜਿਹੜੇ ਝੰਜਟ ਵਗੈਰਾ ਜ਼ਿਆਦਾ ਹੁੰਦੇ ਹਨ। ਬਾਕੀ ਇਹਦੇ ਵਿੱਚ ਇੱਕ ਚੀਜ਼ ਦਾ ਹੋਰ ਤੁਸੀਂ ਖਿਆਲ ਰੱਖਣਾ ਜ਼ਰੂਰੀ ਹੁੰਦਾ, ਜੇ ਤੁਸੀਂ ਆਪਣੇ ਜੈਨੀਟੋਰੀ ਨੂੰ ਇਟਲੀ ਦੇ ਵਿੱਚ ਸਪੋਜ਼ ਕਰੋ ਕਿ ਸੱਦਿਆ ਹੋਇਆ ਹੈ ਅਤੇ ਡਾਕਟਰੀ ਕਾਰਡ ਉਹਨਾਂ ਦੇ ਕੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜੇ ਕੋਈ ਅਚਾਨਕ ਬੰਦੇ ਨੂੰ ਡਾਕਟਰ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਇਸ ਦੇ ਨਾਲ ਜਿਹੜਾ ਹੈ ਜੀ ਫਾਇਦਾ ਲੈ ਸਕਦੇ ਹੋ। ਇਸ ਦੇ ਨਾਲ ਉਹਨਾਂ ਨੂੰ ਜਿਹੜੀ ਪੂਰੀ ਸਹੂਲਤ ਮਿਲਦੀ ਹੈ, ਜਿਸ ਤਰ੍ਹਾਂ ਦੀ ਸਹੂਲਤ ਤੁਹਾਨੂੰ ਮਿਲਦੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤੁਸੀਂ ਉਹਨਾਂ ਨੂੰ ਜਿਹੜਾ ਡਾਕਟਰੀ ਇਲਾਜ ਦਿਲਵਾ ਸਕਦੇ ਹੋ। ਬਾਕੀ ਇਸ ਤੋਂ ਅਗਲੀ ਜਿਹੜੀ ਨੈਕਸਟ ਵੀਡੀਓ ਹੋਏਗੀ ਉਹਦੇ ਵਿੱਚ ਤੁਹਾਨੂੰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਨੈਕਸਟ ਹੋਏਗੀ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ, ਅਤੇ ਕੁਝ ਗੱਲਾਂ ਜਿਹੜੀਆਂ ਫਲਾਈਟਸ ਦੇ ਨਾਲ ਸੰਬੰਧਿਤ ਹੋਣਗੀਆਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬਾਕੀ ਕੋਸ਼ਿਸ਼ ਆਪਾਂ ਇਹੀ ਕਰੀਦੀ ਹੈ ਕਿ ਜਿਹੜੀ ਤੁਹਾਨੂੰ ਜਾਣਕਾਰੀ ਹੈ ਜੀ ਇਟਲੀ ਔਰ ਇਸ ਦੇ ਆਸ-ਪਾਸ ਦੇ ਦੇਸ਼ਾਂ ਦੇ ਨਾਲ ਇਸ ਸੰਬੰਧਿਤ ਜਾਣਕਾਰੀ ਦਿੱਤੀ ਜਾਵੇ। ਤਾਂ ਵੀਡੀਓ ਦੇਖੀ, ਧੰਨਵਾਦ ਜੀ।